ਬਲਜੀਤ ਸਿੰਘ ਨੇ ਇੱਕ ਸ਼ਬਦ ਦੀਆਂ ਕੁਝ ਪੰਕਤੀਆਂ ਲਿਖ ਕੇ ਥੱਲੇ ਲਿਖਿਆ ਹੈ। ਵੈਰੀ ਨਾਈਸ ਬਾਬਾ ਜੀ, ਆਪ ਜੀ ਦੀ ਬਹੁਤ ਕਿਰਪਾ ਹੋ ਰਹੀ ਹੈ। ਬੇਨਤੀ ਕਰਦੇ ਹਾਂ ਸਾਨੂੰ ਇਹਨਾਂ ਪੰਕਤੀਆਂ ਦੇ ਭਾਵ ਅਰਥ ਸਮਝਾਓ ਜੀ। ਉੱਪਰ ਪੰਕਤੀਆਂ ਲਿਖੀਆਂ ਹੋਈਆਂ ਹਨ। ਇੱਕ ਨਾ ਨਾਦ ਨਾ ਵੇਦ ਨਾ ਗੀ ਰਸ, ਰਸ ਕਸ ਨਾ ਜਾਣੰਤ। ਇੱਕ ਨਾ ਸਿੱਧ ਨਾ ਬੁੱਧ ਨਾ ਅਕਲ ਸਰ, ਅੱਖਰ ਕਾਪਿਓ ਨਾ ਲਹੰਤ। ਨਾਨਕ ਤੇ ਨਰ ਅਸਲ ਖਰ, ਜੇ ਬਿਨ ਗੁਣ ਗਰਬ ਕਰੰਤ। ਇਹ ਸ਼ਬਦ ਦੀਆਂ ਹੇਠਲੀਆਂ ਪੰਕਤੀਆਂ ਹਨ ਜੋ ਲਿਖੀਆਂ ਹੋਈਆਂ ਹਨ। ਇਹਨਾਂ ਦੁਆਰਾ ਜਿਹੜੇ ਹੇਠਲੇ ਦਰਜੇ ਦੇ ਮਨੁੱਖ ਹਨ, ਜਿਨ੍ਹਾਂ ਦਾ ਹੰਕਾਰ ਹਉਮੈ ਤੁਹਾਨੂੰ ਨਜ਼ਰ ਆ ਜਾਂਦੀ, ਉਹਨਾਂ ਨੂੰ ਅਸਲ ਖਰ ਕਿਹਾ ਹੈ। ਵੀ ਅਸਲੀਅਤ ਤੁਹਾਨੂੰ ਦਿਖ ਪੈਂਦੇ ਹਨ ਵੀ ਹੰਕਾਰੀ ਹਨ, ਕਿਉਂਕਿ ਉਹ ਬਿਨ ਗੁਣ ਗਰਭ ਕਰੰਤ, ਉਹਨਾਂ 'ਚ ਗੁਣ ਨਹੀਂ ਹੈ ਤੇ ਜਾਣਦੇ ਹਨ, ਜਣਾਉਂਦੇ ਹਨ, ਦਿਖਾਉਂਦੇ ਹਨ ਵੀ ਸਾਡੇ 'ਚ ਇਹ ਗੁਣ ਹੈ। ਤੇ ਤੁਸੀਂ ਵੀ ਸਿਆਣ ਜਾਂਦੇ ਹੋ ਵੀ ਇਹ ਗੱਪਾਂ ਹੀ ਮਾਰਦਾ ਹੈ। ਜਿਵੇਂ ਕੋਈ ਦੁਬਲਾ ਪਤਲਾ ਮਨੁੱਖ ਹੋਵੇ ਤੇ ਉਹ ਗੱਪਾਂ ਮਾਰੇ ਵੀ ਮੈਂ ਚੱਕ ਚੱਕ ਕੇ ਮਾਰ ਦਿੰਦਾ ਵੱਡੇ ਵੱਡੇ ਪਹਿਲਵਾਨਾਂ ਨੂੰ। ਤੇ ਤੁਸੀਂ ਦੇਖ ਕੇ ਹੱਸੋਗੇ ਸਰੀਰ ਵੱਲ ਵੀ ਕਦੀ ਕਸਰਤ ਵੀ ਨਹੀਂ ਕੀਤੀ ਲੱਗਦੀ। ਵੀ ਇਹ ਸਿਰਫ ਗੱਪਾਂ ਹੀ ਮਾਰਦਾ ਹੈ, ਤਾਕਤ ਦਾ ਹੰਕਾਰ ਕਰਦਾ ਹੈ, ਸਰੀਰ ਦਾ ਹੰਕਾਰ। ਤਨ ਦਾ ਹੰਕਾਰ। ਤੇ ਜਿਹੜਾ ਹੰਕਾਰ ਕਰ ਰਿਹਾ ਹੈ ਤਨ ਦਾ ਸਾਹਮਣੇ, ਸੁੰਦਰ ਨਹੀਂ ਹੈ ਤਾਂ ਸੁੰਦਰਤਾ ਪ੍ਰਗਟ ਕਰ ਰਿਹਾ ਹੈ। ਧਨ ਨਹੀਂ ਹੈ ਪਰ ਦਿਖਾ ਰਿਹਾ ਹੈ ਬਾਹਰੋਂ ਵੀ ਮੈਂ ਬੜਾ ਧਨਵਾਨ। ਦਿਖਾਵਾ ਕਰਦੇ ਹਨ ਅਕਸਰ ਲੋਕ। ਆਪਸ 'ਚ ਕਈ ਲੋਕਾਂ ਦੀ ਬਣਦੀ ਨਹੀਂ ਹੈ, ਘਰ ਦੇ ਵਿੱਚ ਲੜਾਈ ਰਹਿੰਦੀ ਹੈ ਪਤੀ ਪਤਨੀ ਦੀ, ਪਰ ਬਾਹਰ ਪ੍ਰਗਟਾਵਾ ਇੱਦਾਂ ਕਰਦੇ ਹਨ ਜਿਵੇਂ ਬੜਾ ਪਿਆਰ ਹੁੰਦਾ, ਦਿਖਾਉਂਦੇ ਆ। ਤੇ ਤੁਹਾਨੂੰ ਵੀ ਪਤਾ ਲੱਗ ਜਾਂਦਾ ਹੈ ਅਗਰ ਗੌਰ ਨਾਲ ਦੇਖੋ ਤੁਸੀਂ ਵੀ ਇਹ ਜਿਹੜੇ ਦਿਖਾ ਰਹੇ ਹਨ ਬਾਹਰੋਂ ਬੜਾ ਪਿਆਰ, ਪਿਆਰ ਹੈ ਨਹੀਂ, ਦਿਖਾ ਰਹੇ ਹਨ। ਤੇ ਉਹ ਅਸਲ ਖਰ ਹਨ। ਉਹਨਾਂ ਦੀ ਗੱਲ ਕੀਤੀ ਹੈ। ਦਰਅਸਲ ਮੈਂ ਅਕਸਰ ਕਹਿੰਦਾ ਹੁੰਦਾ ਹਾਂ ਵੀ ਉਪਦੇਸ਼ ਜਿਹੜਾ ਹੈ ਨਾ ਹਰ ਦਰਜੇ ਦੇ ਮਨੁੱਖਾਂ ਨੂੰ ਦਿੱਤਾ ਹੋਇਆ, ਕਿਉਂਕਿ ਹਰ ਦਰਜੇ ਦਾ ਮਨੁੱਖ ਹੁੰਦਾ ਹੈ। ਪਰ ਮਨ ਬੜਾ ਚਲਾਕ ਹੈ। ਮਨ ਜਿਹੜਾ ਹੈ ਨਾ ਉਹ ਉੱਪਰਲੇ ਦਰਜੇ 'ਚ ਆਪਣੇ ਆਪ ਨੂੰ ਰੱਖੇਗਾ। ਤੁਸੀਂ ਆਪ ਖਿਆਲ ਕਰਿਓ, ਇਸ ਕੈਟਾਗਰੀ 'ਚ ਤਾਂ ਤੁਸੀਂ ਕੋਈ ਵੀ ਨਹੀਂ ਰੱਖੋਏਗਾ ਆਪਣੇ ਮਨ ਨੂੰ, ਉੱਪਰਲੀ ਕੈਟਾਗਰੀ 'ਚ ਵੀ ਨਹੀਂ ਤੁਸੀਂ ਰੱਖੋਗੇ। ਉੱਪਰਲੇ ਦਰਜੇ 'ਚ, ਜਿਹੜੇ ਉੱਪਰਲੇ ਦਰਜੇ ਦੀ ਗੱਲ ਕੀਤੀ ਹੈ, ਮਨ ਬਹੁਤ ਉੱਪਰ ਲੈ ਕੇ ਜਾਂਦਾ ਹੈ ਆਪਣੇ ਆਪ ਨੂੰ।
ਇਹੋ ਹੀ ਅਕਸਰ ਕਹਿਣਾ ਹੈ ਮੈਂ, ਸਤਿਪੁਰਖਾਂ ਦੇ ਜਿਹੜੇ ਆਖਰੀ ਉਪਦੇਸ਼ ਹਨ ਨਾ ਬ੍ਰਹਮ ਗਿਆਨ ਦੇ, ਮਨ ਉਹ ਪਕੜ ਲੈਂਦਾ ਹੈ ਤਾਂ ਉਸ ਕੈਟਾਗਰੀ 'ਚ ਆਪਣੇ ਆਪ ਨੂੰ ਸੋਚਣ ਲੱਗ ਜਾਂਦਾ ਹੈ। ਬਹੁਤੇ ਇਸੇ ਖਿਆਲ 'ਚ ਹੀ, ਇਸੇ ਭਰਮ 'ਚ ਹੀ ਜੀਂਦੇ ਹਨ ਬਹੁਤੇ ਵਿਦਵਾਨ ਵਿਚਾਰਕ। ਇਹ ਜੋ ਪੰਕਤੀਆਂ ਹਨ ਇਹ ਹੇਠਲੇ ਦਰਜੇ ਦੇ ਮਨੁੱਖ ਜਿਹੜੇ ਬੇਸਮਝ ਹਨ, ਬਿਨ ਗੁਣਾਂ ਤੋਂ ਹੀ ਹੰਕਾਰ ਕਰਦੇ ਹਨ, ਉਹਨਾਂ ਬਾਬਤ ਲਿਖਿਆ ਹੈ ਵੀ ਇੱਕ ਨਾ ਨਾਦ ਨਾ ਵੇਦ ਨਾ ਗੀ ਰਸ, ਰਸ ਕਸ ਨਾ ਜਾਣੰਤ। ਕਹਿੰਦੇ ਇੱਕ ਐਸੇ ਮਨੁੱਖ ਹਨ ਜਿਨ੍ਹਾਂ ਨੂੰ ਨਾਦ ਦੀ ਸਮਝ ਨਹੀਂ ਹੈ, ਗਿਆਨ ਨਹੀਂ ਹੈ, ਗੀਤ ਦਾ ਸੰਗੀਤ ਦਾ ਜਾਣਕਾਰੀ ਨਹੀਂ ਹੈ, ਨਾ ਹੀ ਕਦੀ ਰਸ ਆਇਆ ਹੈ ਉਹਨਾਂ ਨੂੰ ਸੰਗੀਤ ਵਿੱਚ। ਪਰ ਉਹ ਗੱਲਾਂ ਕਰ ਰਹੇ ਹਨ ਸ਼ਾਸਤਰੀ ਸੰਗੀਤ ਦੀਆਂ। ਕਈ ਬਹੁਤ ਸਮਝਾਉਂਦੇ ਹਨ, ਪੜ੍ਹ ਕੇ ਸਮਝਾਉਣ ਲੱਗ ਜਾਂਦੇ, ਜਾਣਿਆ ਨਹੀਂ ਹੈ ਸਮਝਾਉਣ ਲੱਗ ਜਾਂਦੇ। ਤਾਂ ਉਹਨਾਂ ਨੂੰ ਤੁਸੀਂ ਵੀ ਸਿਆਣ ਸਕਦੇ ਹੋ ਵੀ ਇਹ ਗੱਲਾਂ ਹੀ ਕਰ ਰਹੇ ਹਨ, ਇਹਨਾਂ ਨੂੰ ਗੀਤ ਸੰਗੀਤ ਦਾ ਨਹੀਂ ਪਤਾ ਹੈ। ਜਾਂ ਜਿਹੜਾ ਗੀਤ ਸੰਗੀਤ ਥੋੜ੍ਹਾ ਬਹੁਤਾ ਜਾਣਦਾ ਹੈ ਉਹਨੂੰ ਪਤਾ ਲੱਗ ਜਾਵੇਗਾ ਵੀ ਇਹਨੂੰ ਰਾਗ ਦਾ ਨਹੀਂ ਪਤਾ ਹੈ, ਵੀ ਇਹ ਗੱਲਾਂ ਹੀ ਕਰ ਰਿਹਾ ਹੈ ਰਾਗਾਂ ਦੀ, ਇਹਨੂੰ ਰਾਗ ਦਾ ਸਵਾਦ ਹੀ ਨਹੀਂ ਚੱਖਿਆ, ਤੇ ਫਿਰ ਪਤਾ ਕਿਵੇਂ ਹੋਊਗਾ? ਜਿਹੜੀ ਚੀਜ਼ ਦਾ ਤੁਸੀਂ ਸਵਾਦ ਜਾਣਦੇ ਹੀ ਨਹੀਂ ਉਹਦੇ ਬਾਰੇ ਤੁਸੀਂ ਗੱਲ ਕਰੋਗੇ। ਜਿਹਨੇ ਸਵਾਦ ਜਾਣਿਆ ਹੈ ਉਹ ਪਕੜ ਲਵੇਗਾ, ਜਿਹਨੇ ਸੰਗੀਤ ਦੇ ਸਵਾਦ ਨੂੰ ਜਾਣਿਆ ਉਹ ਪਕੜ ਲਵੇਗਾ ਵੀ ਇਹ ਗੱਲਾਂ ਹੀ ਕਰਦਾ ਹੈ। ਇਹਨੂੰ ਨਾਤ ਦੀ ਜਾਣਕਾਰੀ ਨਹੀਂ ਹੈ, ਇਹਨੂੰ ਰਾਗ ਦੀ ਜਾਣਕਾਰੀ ਨਹੀਂ। ਫਿਰ ਕਹਿੰਦੇ ਹਨ ਇੱਕ ਨਾ ਸਿੱਧ ਨਾ ਬੁੱਧ ਨਾ ਅਕਲ ਸਰ, ਅੱਖਰ ਕਾ ਪਿਓ ਨਾ ਲਹੰਤ। ਕਹਿੰਦੇ ਇੱਕ ਐਸੇ ਹਨ ਜਿਨ੍ਹਾਂ ਨੂੰ ਕੋਈ ਅੱਖਰਾਂ ਦੀ ਜਾਣਕਾਰੀ ਨਹੀਂ ਹੈ, ਕੋਈ ਸਮਝ ਨਹੀਂ ਹੈ, ਕੋਈ ਅਕਲ ਨਹੀਂ ਹੈ, ਪਰ ਉਹ ਆਪਣੇ ਆਪ ਨੂੰ ਸਿੱਧ ਕਹਾਉਂਦੇ ਹਨ। ਵੀ ਸਾਡੇ ਕੋਲ ਕੋਈ ਸਿੱਧੀ ਹੈ, ਸਮਝ ਹੈ, ਜਾਣਕਾਰੀ ਹੈ, ਬਹੁਤ ਗਿਆਨ ਹੈ, ਪਰ ਦਿਖਾਉਂਦੇ ਹਨ ਵੀ ਬਹੁਤ ਸਮਝ ਹੈ। ਨਾ ਕੋਈ ਸਾਧਨਾ ਕੀਤੀ ਹੈ ਪਰ ਸਾਧਨਾ ਬਾਰੇ ਦੱਸ ਰਹੇ ਹਨ, ਨਾ ਸਮਝ ਹੈ, ਨਾ ਅੱਖਰਾਂ ਦਾ ਬਹੁਤਾ ਗਿਆਨ ਵੀ ਹੈ, ਫਿਰ ਵੀ ਸਮਝਾ ਰਹੇ ਹਨ। ਐਸੇ ਲੋਕਾਂ ਨੂੰ ਤੁਸੀਂ ਸਮਝ ਜਾਓਗੇ ਵੀ ਸਿਰਫ ਸਮਝਾ ਹੀ ਰਹੇ ਹਨ, ਇਹਨਾਂ 'ਚ ਇਹ ਗੁਣ ਹੈ ਨਹੀਂ ਜੋ ਕਹਿ ਰਹੇ ਹਨ, ਦੱਸ ਰਹੇ ਹਨ। ਨਾਨਕ ਤੇ ਨਰ ਅਸਲ ਖਰ, ਜੇ ਬਿਨ ਗੁਣ ਗਰਭ ਕਰੰਤ। ਕਹਿੰਦੇ ਹਨ ਵੀ ਉਹ ਜਿਹੜੇ ਇਹ ਮਨੁੱਖ ਹਨ ਇਹ ਅਸਲ ਖਰ ਹਨ, ਭਾਵ ਕਿ ਅਸਲੀਅਤ ਦੇ ਵਿੱਚ ਸਾਫ਼ ਨਜ਼ਰ ਆ ਜਾਂਦੇ ਹਨ ਵੀ ਇਹ ਬਿਨਾਂ ਗੁਣਾਂ ਤੋਂ ਹੰਕਾਰ ਕਰ ਰਹੇ। ਗੁਣ ਨਹੀਂ ਹੈ ਪਰ ਦਿਖਾ ਰਹੇ ਹਨ, ਇਹ ਤੁਹਾਨੂੰ ਦਿਸ ਪੈਂਦੇ। ਅਤੇ ਜਿਹੜੇ ਉੱਪਰਲੀ ਕੈਟਾਗਰੀ ਦੇ ਵਿੱਚ ਲੋਕ ਆਉਂਦੇ ਹਨ, ਉੱਪਰਲੇ ਦਰਜੇ ਦੇ ਹਨ, ਉੱਪਰਲੀਆਂ ਪੰਕਤੀਆਂ 'ਚ ਕਹੇ ਗਏ ਹਨ, ਉਹ ਤੁਹਾਡੀ ਸਮਝ ਵਿੱਚ ਵੀ ਨਹੀਂ ਆਉਂਦੇ ਹਨ। ਕਿਉਂਕਿ ਉਹ ਪ੍ਰਗਟ ਹੀ ਇਸ ਹਿਸਾਬ ਨਾਲ ਕਰਦੇ ਹਨ ਵੀ ਤੁਸੀਂ ਸਮਝ ਲੈਂਦੇ ਹੋ ਵੀ ਇਹ ਬਿਲਕੁਲ ਠੀਕ ਹਨ। ਉਹ ਹਨ ਧਾਰਮਿਕ ਮਨੁੱਖ, ਸਮਝਦਾਰ ਮਨੁੱਖ, ਜਿਨ੍ਹਾਂ ਨੂੰ ਤੁਸੀਂ ਕਹਿੰਦੇ ਹੋ। ਉਹਨਾਂ ਬਾਬਤ ਲਿਖਿਆ ਹੈ, ਮਨੋਂ ਜੇ ਅੰਧੇ ਕੂਪ ਕਹਿਆ ਬਿਰਦ ਨਾ ਜਾਣਨੀ। ਮਨ ਅੰਧੇ ਊਂਦੇ ਕਵਲ ਦੀਸਨ ਖਰੇ ਕਰੂਪ। ਕਹਿੰਦੇ ਜਿਹੜੇ
ਮਨ ਕਰਕੇ ਅੰਨੇ ਹਨ, ਮਨੋ ਜੇ ਅੰਧੇ ਕੂਪ ਉਹ ਖੂਹ ਦੇ ਵਿੱਚ ਡਿੱਗਦੇ ਹਨ। ਜਿਵੇਂ ਕਿਹਾ ਹੈ ਨਾ ਵੀ ਹਾਥ ਦੀਪਕ ਕੂਏ ਪਰੇ, ਹੱਥ ਦੇ ਵਿੱਚ ਦੀਆ ਫੜਿਆ ਹੋਇਆ ਅਤੇ ਖੂਹ ਦੇ ਵਿੱਚ ਡਿੱਗ ਪੈਂਦਾ ਹੈ ਆਦਮੀ। ਉਹ ਤਾਂ ਤੁਹਾਨੂੰ ਦਿਖਦਾ ਹੈ ਕਿਉਂਕਿ ਬਾਹਰ ਦਾ ਖੂਹ ਬਾਹਰ ਹੈ ਅਤੇ ਬਾਹਰ ਹੀ ਦੀਵਾ ਫੜਿਆ ਹੋਇਆ ਅਤੇ ਖੂਹ ਦੇ ਵਿੱਚ ਡਿੱਗ। ਪਰ ਜਿਹੜਾ ਮਨ ਦਾ ਅੰਧਾ ਹੋਵੇ ਉਹ ਜਾਣਦਾ ਨਹੀਂ ਹੈ, ਪਰ ਕਹਿ ਰਿਹਾ ਹੈ। ਮਨੁੱਖ ਦਾ ਕਰਤੱਵ ਕੀ ਹੈ? ਕਹਿਆ ਬਿਰਦ ਨਾ ਜਾਣੇ। ਕਰਤੱਵ ਕੀ ਹੈ ਮਨੁੱਖ ਦਾ? ਮਨੁੱਖ ਦਾ ਫਰਜ਼ ਕੀ ਹੈ? ਆਇਆ ਲਾਹਾ ਲੈਣ, ਲੱਗਾ ਕਿਤ ਖੁਪੱਖੜੀ, ਸਮੁਕਦੀ ਚੱਲੀ ਰਹਿਣ। ਕਿਹੜੇ ਕਾਰਜ ਵਾਸਤੇ ਆਇਆ, ਕਿਹੜੇ ਕੰਮ ਲਈ ਆਇਆ? ਭਾਵੇਂ ਉੱਪਰੋਂ ਉੱਪਰੋਂ ਕਹਿ ਵੀ ਰਿਹਾ ਤੇ ਅੰਦਰੋਂ ਨਹੀਂ ਜਾਣ ਰਿਹਾ, ਕਿਉਂਕਿ ਅੰਦਰੋਂ ਮਨ ਅੰਧਾ ਹੈ ਨਾ। ਮਨ ਅੰਧੇ ਉਹਦੇ ਕਵਲ ਦਿਸਨ ਖਰੇ ਕਰੂਪ। ਕਹਿੰਦੇ ਹਨ ਵੀ ਜਿਹੜੇ ਮਨ ਕਰਕੇ ਅੰਧੇ ਹਨ ਤਾਂ ਉਹਨਾਂ ਦਾ ਜਿਹੜਾ ਕਮਲ ਫੁੱਲ ਹੈ ਨਾ, ਜਿਵੇਂ ਕਹਿੰਦੇ ਕਮਲ ਫੁੱਲ ਖਿੜ ਜਾਂਦਾ ਹੈ ਗੁਰਮੁਖ ਦਾ, ਉਹਨਾਂ ਦਾ ਪੁੱਠਾ ਹੁੰਦਾ ਹੈ। ਉਹਦੇ ਕਮਲ ਪੁੱਠਾ ਭਾਵ ਦ੍ਰਿਸ਼ਟੀ ਬਾਹਰ ਨੂੰ ਹੈ, ਪੁੱਠਾ ਹੀ ਹੋਇਆ। ਸੱਤ ਵੱਲ ਨੂੰ ਨਹੀਂ ਖਿੜ ਰਿਹਾ ਹੈ, ਝੂਠ ਵੱਲ ਨੂੰ ਖਿੜ ਰਿਹਾ ਹੈ, ਪੁੱਠਾ ਹੋ ਗਿਆ। ਪਰ ਤੁਹਾਨੂੰ ਦਿਖਾਈ ਨਹੀਂ ਦੇਵੇਗੀ। ਤੇ ਇਹ ਤੁਹਾਨੂੰ ਦਿਖਾਈ ਨਹੀਂ ਦੇਵੇਗਾ। ਫਿਰ ਕਹਿੰਦੇ ਹਨ ਵੀ ਕੁਛ ਕੁ ਲੋਕ ਸਮਝਦਾਰ ਹਨ। ਉਹ ਕਿਹੜੇ ਹਨ? ਇੱਕ ਕਹਿਆ ਜਾਣੇ ਕਹਿਆ ਬੂਝੇ, ਤੇ ਨਰ ਸੁਗੜ ਸਰੂਪ। ਕਹਿੰਦੇ ਹਨ ਵੀ ਉਹਨਾਂ ਦਾ ਸੋਹਣਾ ਰੂਪ ਹੈ, ਸਿਆਣੇ ਹਨ। ਜਿਹੜਾ ਕਹਿਆ ਸੁਣਦੇ ਹਨ, ਸੁਣ ਕੇ ਕਮਾਉਂਦੇ ਹਨ ਅਤੇ ਉਹਨੂੰ ਬੁੱਝਦੇ ਹਨ, ਸਮਝਦੇ ਹਨ। ਪਰ ਜਿਹੜੇ ਇਹ ਪਹਿਲੀ ਸਥਿਤੀ ਦੇ ਲੋਕ ਹਨ, ਇਹ ਵੀ ਉਪਲਬਧ ਨਹੀਂ ਹੋਏ ਹਨ। ਖਿਆਲ ਵਿੱਚ ਰੱਖਿਓ, ਬਾਬਾ ਨਾਨਕ ਜੀ ਦੋ ਦਰਜੇ ਮਨੁੱਖਾਂ ਦੀ ਗੱਲ ਕਰ ਰਹੇ ਹਨ। ਤੇ ਪਹਿਲੇ ਦਰਜੇ ਤੋਂ ਬਾਹਰ ਉਹ ਮਨੁੱਖ ਆਉਂਦਾ ਹੈ ਵੀ ਜਿਹੜਾ ਸੁਣਦਾ ਹੈ, ਗੱਲ ਨੂੰ ਸਮਝਦਾ ਹੈ, ਸਮਝ ਕੇ ਅਮਲ ਕਰਦਾ ਹੈ ਅਤੇ ਬੁੱਝਦਾ ਹੈ। ਉਹ ਫਿਰ ਬਾਹਰ ਆਉਣ ਲੱਗ ਜਾਂਦਾ ਹੈ। ਪਰ ਬਾਹਰ ਤਾਂ ਹੀ ਆਵੇਗਾ ਜੇ ਸਮਝ ਲਵੇਗਾ ਵੀ ਮੈਂ ਅਜੇ ਸੁੱਤਾ ਹੋਇਆ ਹਾਂ। ਜਾਗਣ ਦੀ ਕੋਸ਼ਿਸ਼ ਤੇ ਉਹ ਹੀ ਕਰੇਗਾ ਨਾ। ਤੇ ਅੰਨਾ ਉਹਨੂੰ ਹੀ ਕਿਹਾ ਹੈ, ਮਨੋਂ ਜੇ ਅੰਧੇ ਕੂਪ, ਕਹਿਆ ਬਿਰਦ ਨਾ ਜਾਣੇ। ਮਨ ਕੇ ਅੰਧੇ, ਕਈ ਜਗ੍ਹਾ ਪੰਕਤੀ ਆਈ ਹੈ। ਇੱਕ ਤੇ ਹਨ ਜਿਨ੍ਹਾਂ ਨੂੰ ਦਿਖਦਾ ਨਹੀਂ ਹੈ, ਅੱਖਾਂ ਕਰਕੇ ਅੰਨੇ, ਉਹ ਤੁਹਾਨੂੰ ਦਿਖਦੇ ਹਨ ਬਿਨ ਗੁਣ ਗਰਭ ਕਰੰਤ। ਪਰ ਇੱਕ ਇਹਨਾਂ ਦੀਆਂ ਅੱਖਾਂ ਹਨ ਪਰ ਉਹ ਮਨ ਕਰਕੇ ਅੰਨੇ ਹਨ। ਤੇ ਜਿਹੜੇ ਮਨ ਕਰਕੇ ਅੰਨੇ ਹਨ,
ਉਹ ਤੁਹਾਨੂੰ ਦਿਖਦੇ ਨਹੀਂ ਹਨ। ਉਹ ਵੀ ਹੰਕਾਰੀ ਹਨ। ਹਮ ਭਾਵ ਹੈ, ਜਾਣਦੇ ਨਹੀਂ ਹਨ ਉਹ ਵੀ ਅੰਦਰੋਂ ਗਹਿਰੇ ਤਲ 'ਤੇ, ਕਿਉਂਕਿ ਮਨ ਕਰਕੇ ਅੰਨੇ ਹਨ। ਦੇਖਿਆ ਨਹੀਂ ਹੈ ਜਿਹਨੂੰ, ਉਹਦੇ ਬਾਰੇ ਸਮਝਾ ਰਹੇ ਹਨ, ਦੱਸ ਰਹੇ ਹਨ, ਉਪਦੇਸ਼ ਦੇ ਰਹੇ ਹਨ। ਜਿਹਨੂੰ ਦੇਖਿਆ ਨਹੀਂ, ਕਿਉਂਕਿ ਮਨ ਅੰਨਾ ਹੈ। ਮਨ ਸੰਸਾਰ ਨੂੰ ਦੇਖ ਸਕਦਾ ਹੈ, ਪਰਮਾਤਮਾ ਨੂੰ ਨਹੀਂ। ਇਸ ਕਰਕੇ ਕਿਹਾ ਹੈ ਨਾ, ਮਨ ਮਿਟਣਾ ਚਾਹੀਦਾ ਹੈ। ਮਨ ਮਿਟੇਗਾ ਤਾਂ ਉਹਦਾ ਪਤਾ ਲੱਗੇਗਾ। ਤੇ ਜਿਹੜਾ ਬਾਹਰ ਨੂੰ ਮਨ ਹੈ, ਇਹਨੂੰ ਅੰਨਾ ਕਿਹਾ ਹੈ। ਸੰਸਾਰ ਵੱਲ ਨੂੰ, ਝੂਠ ਵੱਲ ਨੂੰ ਜਾਗਿਆ ਹੋਇਆ, ਝੂਠ ਵੱਲ ਨੂੰ ਸੁਚੇਤ, ਝੂਠ ਵੱਲ ਨੂੰ ਦੇਖ ਕੇ ਬੋਲ ਰਿਹਾ, ਝੂਠ ਵੱਲ ਨੂੰ ਸੋਚ ਕੇ ਬੋਲ ਰਿਹਾ, ਵਿਚਾਰ ਕੇ ਝੂਠ ਨੂੰ ਵੱਲ ਨੂੰ ਬੋਲ ਰਿਹਾ, ਦੇਖ ਕੇ ਥੋੜ੍ਹੀ ਬੋਲ ਰਿਹਾ। ਤੇ ਜ਼ਿਆਦਾਤਰ ਲੋਕ ਉਪਦੇਸ਼ਕ, ਪ੍ਰਚਾਰਕ, ਵਿਚਾਰਕ ਸੋਚ ਸੋਚ ਕੇ ਬੋਲ ਰਹੇ ਹਨ, ਵਿਚਾਰ ਵਿਚਾਰ ਕੇ ਬੋਲ ਰਹੇ ਹਨ। ਤੋਂ ਪਹਿਲੇ ਦਰਜੇ ਦੇ ਹਨ, ਉਹ ਵੀ ਸੁੱਤੇ ਹੋਏ ਹਨ। ਤੇ ਮਨ ਅੰਨਾ